Hello students, in this lecture we will learn about combined mean, combined standard deviation. तो just like combined mean ਇੱਥੇ combined standard deviation ਦਾ concept ਵੀ ਹੈ। ਜਿਸ ਤਰ੍ਹਾਂ ਅਲੱਗ-ਅਲੱਗ ਸਾਨੂੰ standard deviations ਅਲੱਗ-ਅਲੱਗ groups ਦੇ ਲਈ ਦਿੱਤੀਆਂ ਹੋਣ ਤਾਂ ਅਸੀਂ ਉਹਦੇ ਤੋਂ combined standard deviation find ਕਰ ਸਕਦੇ ਹਾਂ। ਤਾਂ ਫਾਰਮੂਲਾ ਦੇਖ ਸਕਦੇ ਹੋ combined standard deviation ਦਾ ਵੀ combined mean ਦੀ ਤਰ੍ਹਾਂ ਅਸੀਂ ਲਿਖਾਂਗੇ। ਜਿੰਨੇ ਵੀ groups ਦਿੱਤੇ ਹੋਣਗੇ ਉਹਦੇ accordingly ਫਾਰਮੂਲਾ extend ਹੋ ਜਾਏਗਾ। ਤਾਂ ਜਨਰਲਾਈਜ਼ ਫਾਰਮੂਲਾ ਅਸੀਂ ਲਿਖ ਸਕਦੇ ਹਾਂ। n1 standard deviation ਦਾ ਸਕੇਅਰ ਮਤਲਬ ਵੇਰੀਐਂਸ, n1 ਵੇਰੀਐਂਸ 1, n2 ਵੇਰੀਐਂਸ 2, n3 ਵੇਰੀਐਂਸ 3, n1 d1 ਸਕੇਅਰ, n2 d2 ਸਕੇਅਰ plus n3 into d3 ਸਕੇਅਰ over n1 n2 plus n3। तो ਸਕੇਅਰ ਰੂਟ ਕਰਨਾ ਇਹਦਾ। ਹੁਣ ਇਹ d1 d2 d3 ਕੀ ਹੈਗੇ ਆ? that is the difference of actual mean of first group minus combined mean। that means ਕਿ ਹੁਣ ਸਟੈਂਡਰਡ ਡੇਵੀਏਸ਼ਨ ਫਾਈਂਡ ਕਰਨ ਵੇਲੇ ਸਾਨੂੰ ਕੀ ਚਾਹੀਦਾ ਆ? ਜਿੰਨੇ ਵੀ ਗਰੁੱਪਸ ਹੈਗੇ ਆ ਦਿੱਤੇ ਡਾਟਾ ਦੇ ਸਾਰਿਆਂ ਦਾ ਸਾਨੂੰ ਮੀਨ ਚਾਹੀਦਾ, ਕੰਬਾਈਨਡ ਮੀਨ ਚਾਹੀਦਾ, ਨੰਬਰ ਆਫ ਆਬਜ਼ਰਵੇਸ਼ਨਸ ਚਾਹੀਦਾ ਐਂਡ ਸਾਰਿਆਂ ਦਾ ਸਾਨੂੰ ਸਟੈਂਡਰਡ ਡੇਵੀਏਸ਼ਨ ਜਾਂ ਵੇਰੀਐਂਸ ਦਿੱਤਾ ਹੋਵੇ। ਵੇਰੀਐਂਸ ਦਿੱਤਾ ਹੋਵੇ ਐਜ਼ ਇਟ ਇਜ਼ ਯੂਜ਼ ਕਰ ਲਾਂਗੇ, ਸਟੈਂਡਰਡ ਡੇਵੀਏਸ਼ਨ ਦਿੱਤੀ ਹੋਏਗੀ ਤਾਂ ਉਹਦਾ ਸਕੇਅਰ ਕਰਕੇ ਯੂਜ਼ ਕਰ ਲਾਂਗੇ। ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ। ਕੀ ਚਾਹੀਦਾ ਸਾਨੂੰ? ਮੀਨ ਚਾਹੀਦਾ ਹਰੇਕ ਗਰੁੱਪ ਦਾ, ਕੰਬਾਈਨਡ ਮੀਨ ਚਾਹੀਦਾ, ਨੰਬਰ ਆਫ ਆਬਜ਼ਰਵੇਸ਼ਨਸ ਹਰੇਕ ਗਰੁੱਪ ਦੀਆਂ ਚਾਹੀਦੀਆਂ ਅਤੇ ਸਟੈਂਡਰਡ ਡੇਵੀਏਸ਼ਨ ਜਾਂ ਵੇਰੀਐਂਸ ਚਾਹੀਦਾ ਸਾਨੂੰ। ਤਾਂ ਦੈਨ ਹੀ ਅਸੀਂ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਜਿਹੜੀ ਆ ਫਾਈਂਡ ਕਰ ਸਕਦੇ ਹਾਂ। ਤਾਂ ਹੁਣ ਅਸੀਂ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਲੈ ਕੇ ਇਹਨੂੰ ਫਾਈਂਡ ਕਰਨਾ ਸਿੱਖ ਲਾਂਗੇ। ਇੱਥੇ ਦੋ ਗਰੁੱਪਸ ਦਾ ਸਾਡੇ ਕੋਲ ਡਾਟਾ ਗਿਵਨ ਆ, n ਮੀਨ ਐਂਡ ਸਟੈਂਡਰਡ ਡੇਵੀਏਸ਼ਨ। ਹੁਣ ਇਹਦੇ ਤੋਂ ਸਭ ਤੋਂ ਪਹਿਲੇ ਸਾਡੇ ਕੋਲ n ਦੀ ਰਿਕੁਆਇਰਮੈਂਟ ਪੂਰੀ ਹੋ ਗਈ, ਮੀਨ ਵੀ ਗਿਵਨ ਆ। ਪਹਿਲੇ ਅਸੀਂ ਕੰਬਾਈਨਡ ਮੀਨ ਕੈਲਕੂਲੇਟ ਕਰ ਲਾਂਗੇ। ਤਾਂ ਕੰਬਾਈਨਡ ਮੀਨ ਇੱਥੇ ਸਾਡੇ ਕੋਲ ਦੋ ਗਰੁੱਪਸ ਆ, ਕੀ ਬਣੇਗਾ? n1 x1 ਮੀਨ, n2 x2 ਮੀਨ ਓਵਰ n1 ਪਲਸ n2। ਤਾਂ ਇਹ ਬਣ ਗਿਆ ਸਾਡੇ ਕੋਲ n1 ਇੰਟੂ x1, ਇਹ ਬਣ ਗਿਆ 2400, n2 ਇੰਟੂ x2 ਮੀਨ 24,000 plus 34,000 divided by n1 n2 300। ਇਹ ਸਾਡੇ ਕੋਲ ਆ ਗਿਆ ਕੰਬਾਈਨਡ ਮੀਨ ਇਹਨਾਂ ਦਾ 193.33। ਹੁਣ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਫਾਈਂਡ ਕਰਨੀ ਆ। ਉਹਦੇ ਲਈ ਸਾਡੇ ਕੋਲ ਇਹ ਵੀ ਆ ਗਿਆ, ਸਟੈਂਡਰਡ ਡੇਵੀਏਸ਼ਨਸ ਗਿਵਨ ਆ, ਸਾਰਾ ਡਾਟਾ ਆ ਗਿਆ। ਫਾਰਮੂਲੇ 'ਚ ਪੁੱਟ ਕਰਨ ਦੇ ਲਈ ਪਹਿਲੇ d1 d2 ਐਂਡ d3 ਫਾਈਂਡ ਕਰ ਲੈਂਦੇ ਆ। ਹੁਣ ਮੀਨ ਕਿੰਨਾ ਹੈ ਸਾਡੇ ਕੋਲ? ਦੋਨੋਂ ਗਰੁੱਪਸ ਦਾ ਇੱਥੇ ਕਿਉਂਕਿ ਦੋ ਗਰੁੱਪ ਆ ਅਤੇ ਫਾਰਮੂਲਾ ਸਾਡੇ ਕੋਲ ਦੋ ਗਰੁੱਪਸ ਤੱਕ ਹੀ ਐਕਸਟੈਂਡ ਹੋਏਗਾ। ਇੰਨਾ ਫਾਰਮੂਲਾ ਰਹਿ ਜਾਏਗਾ। ਹੁਣ ਇੱਥੇ ਆ ਗਿਆ ਸਾਡੇ ਕੋਲ 240 170 ਮਾਈਨਸ 193.33 193.33। ਇਹ ਸਾਡੇ ਕੋਲ d1 ਇਹ ਆ ਗਿਆ 46.7, ਇਹ ਆ ਗਿਆ ਮਾਈਨਸ 23.33। ਹੁਣ ਇਹ ਸਾਰੀਆਂ ਵੈਲਿਊਜ਼ ਨੂੰ ਮੈਂ ਫਾਰਮੂਲੇ ਦੇ ਵਿੱਚ ਪੁੱਟ ਕਰ ਦਿੰਦੀ ਹਾਂ। n1 ਕਿੰਨਾ ਆ? 100 ਇੰਟੂ ਸਟੈਂਡਰਡ ਡੇਵੀਏਸ਼ਨ ਕਿੰਨੀ ਹੈ? 6 ਦਾ ਸਕੇਅਰ ਪਲੱਸ n2 ਇਜ਼ 200, ਸਟੈਂਡਰਡ ਡੇਵੀਏਸ਼ਨ ਆਫ ਬੀ ਗਰੁੱਪ ਉਹਦਾ ਸਕੇਅਰ, n1 100, d1 ਕਿੰਨਾ ਆ? 46.7 ਇਹਦਾ ਸਕੇਅਰ ਪਲੱਸ n2 ਕਿੰਨਾ? ਮਾਈਨਸ 200 ਇੰਟੂ ਮਾਈਨਸ 23.33 ਦਾ ਸਕੇਅਰ ਓਵਰ n1 ਪਲੱਸ n2 ਕਿੰਨਾ ਹੋ ਗਿਆ? 100 ਪਲੱਸ 200। ਇਹਨੂੰ ਸੋਲਵ ਕਰਕੇ ਸਾਡੇ ਕੋਲ ਜਿਹੜੀਆਂ ਵੈਲਿਊਜ਼ ਆ ਉਹ ਆ ਗਈਆਂ ਸੋਲਵ ਕਰਕੇ 33.83 ਆਂਸਰ ਆ ਗਿਆ ਸਾਡਾ ਕੰਬਾਈਨਡ ਸਟੈਂਡਰਡ ਡੇਵੀਏਸ਼ਨ। ਤਾਂ ਇਸੇ ਤਰ੍ਹਾਂ ਅਗਰ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਸਾਨੂੰ ਗਿਵਨ ਹੋਵੇ ਤੇ ਕੋਈ ਹੋਰ ਵੈਲਿਊ ਮਿਸਿੰਗ ਹੋਵੇ, ਕੀ ਕਰਾਂਗੇ ਅਸੀਂ? ਇਹਨਾਂ ਦੇ ਵਿੱਚ ਵੈਲਿਊਜ਼ ਪੁੱਟ ਕਰਕੇ ਪਹਿਲੇ ਤੇ ਰੂਟ ਨੂੰ ਉੱਧਰ ਲਿਜਾ ਕੇ ਸਕੇਅਰ ਕਰ ਲਾਂਗੇ। ਸਪੋਜ਼ ਕੰਬਾਈਨਡ ਸਟੈਂਡਰਡ ਡੇਵੀਏਸ਼ਨ ਗਿਵਨ ਆ, ਕੰਬਾਈਨਡ ਸਟੈਂਡਰਡ ਡੇਵੀਏਸ਼ਨ ਦਾ ਸਕੇਅਰ ਕਰ ਲਿਆ ਤੇ ਬਾਕੀ ਇੱਥੇ ਵੈਲਿਊਜ਼ ਪੁੱਟ ਕਰ ਲਈਆਂ ਤੇ ਜਿਹੜੀ ਵੀ ਮਿਸਿੰਗ ਵੈਲਿਊ ਆ ਉਹ ਵੀ ਅਸੀਂ ਇਹਦੇ ਵਿੱਚ ਫਾਈਂਡ ਕਰ ਸਕਦੇ ਹਾਂ।
ਹੁਣ ਜਿਸ ਤਰ੍ਹਾਂ ਪਿਛਲੀ ਐਗਜ਼ਾਮਪਲ ਦੇ ਵਿੱਚ ਅਸੀਂ ਦੇਖਿਆ ਸੀ ਕਿ ਸਾਡੇ ਕੋਲ ਜਿਹੜਾ 56 ਐਂਡ 113 ਇਹ ਮਿਸਿੰਗ ਵੈਲਿਊਜ਼ ਸੀਗੀਆਂ, ਅਸੀਂ ਫਾਈਂਡ ਕੀਤੀਆਂ ਸੀ, ਕੰਬਾਈਨਡ ਮੀਨ ਫਾਈਂਡ ਕਰ ਲਿਆ ਸੀ। ਇਹ ਸਾਡੇ ਕੋਲ ਜਿਹੜਾ ਕੰਬਾਈਨਡ ਮੀਨ ਆ ਉਹ ਕਿੰਨਾ ਆ ਗਿਆ ਸੀ 120, ਇਹ ਆ ਗਿਆ ਸੀ 60। ਫਿਰ ਇੱਥੇ ਸਾਡੇ ਕੋਲ ਜਿਹੜੀ ਆ ਸਟੈਂਡਰਡ ਡੈਵੀਏਸ਼ਨ ਰਹਿ ਗਈ ਸੀ, ਕੰਬਾਈਨਡ ਸਾਡੇ ਕੋਲ ਗਿਵਨ ਸੀ, ਕੰਬਾਈਨਡ ਡਾਟਾ ਇਹ ਐਨ ਸੀ, ਮੀਨ ਸੀ ਐਂਡ सॉरी ये स्टैंडर्ड डेविएशन सी और ये मीन सी। कंबाइंड सी 200, 7.746 एंड 116। ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਬਾਕੀ ਡਾਟਾ ਆ ਗਿਆ ਸਾਡੇ ਕੋਲ, ਤੇ ਅਸੀਂ ਕੰਬਾइंड स्टैंडर्ड डेविएशन फाइंड करनी है। की फॉर्मूला आ 3 ग्रुप आ, तो फॉर्मूला की बनेगा कंबाइंड स्टैंडर्ड डेविएशन का N1 N2 D2 square N3 D3 square over N1 N2 N3। ਹੁਣ ਦੇਖੋ ਇਹਦੇ ਵਿੱਚੋਂ ਹੈ ਕੀ ਆ, ਮਿਸਿੰਗ ਕੀ ਆ, ਤੀਜੀ ਜਿਹੜੀ ਸਟੈਂਡਰਡ ਡੈਵੀਏਸ਼ਨ ਆਹ ਵਾਲੀ ਮਿਸਿੰਗ ਆ ਸਾਡੇ ਕੋਲ। ਪਹਿਲੇ ਤਾਂ ਸਾਨੂੰ D1 D2 D3 ਫਾਈਂਡ ਕਰਨੇ ਪੈਣਗੇ। ਮੀਨ 130 120 115, ਕੰਬਾਈਨਡ ਮੀਨ ਕਿੰਨਾ ਆ 116। ਸਾਰੀਆਂ ਵੈਲਿਊਜ਼ ਪੁੱਟ ਕਰ ਦਿਓ। ਆ ਜਿਹੜਾ ਅੰਡਰ ਰੂਟ ਆ ਇੱਧਰ ਆ ਕੇ ਸਕੇਅਰ ਬਣ ਜਾਊਗਾ, ਤੇ ਇੱਥੇ ਸਟੈਂਡਰਡ ਡੈਵੀਏਸ਼ਨ ਕੰਬਾਈਨਡ ਕਿੰਨੀ ਆ, ਇਹ ਕੰਬਾਈਨਡ ਹੈ ਨਾ 7.746 ਦਾ ਸਕੇਅਰ ਬਣ ਜਾਏਗਾ। ਇੱਥੇ ਬਾਕੀ ਵੈਲਿਊਜ਼ ਪੁੱਟ ਕਰ ਦਿਓ। N1 ਕਿੰਨਾ ਹੈ 50, ਤੇ ਫਸਟ ਸਟੈਂਡਰਡ ਡੈਵੀਏਸ਼ਨ ਕਿੰਨੀ ਹੈ 6 ਦਾ ਸਕੇਅਰ। N2 ਕਿੰਨਾ ਹੈ 60, 7 ਦਾ ਸਕੇਅਰ। N3 90 ਆ, ਉਹਦੇ ਵਿੱਚ ਅਸੀਂ ਇਹਨੂੰ ਫਾਈਂਡ ਕਰਨਾ ਆ N1 प्लस 50 इंटू -3 द स्केयर प्लस 60 इंटू 4 द स्केयर प्लस माइनस n हैगा थर्ड दे विच 90 इंटू -1 द स्केयर ओवर N1 N2 N3 हैगा टोटल 200। इनू सॉल्व कर लेने आ। तो ਇੱਥੇ ਹੀ ਸਾਡੇ ਕੋਲ ਸੋਲਵ ਕਰਕੇ ਇਕੁਏਸ਼ਨ ਬਣ ਗਈ। ਹੁਣ ਅਸੀਂ 12,000 ਮਾਈਨਸ ਇਹ ਬਣ ਗਿਆ ਸਾਡੇ ਕੋਲ 5,760 ਓਵਰ 90, ਇਹ ਆ ਗਿਆ 64। तो ਇੱਧਰ ਹੁਣ ਸਟੈਂਡਰਡ ਡੈਵੀਏਸ਼ਨ ਦਾ ਜਿਹੜਾ ਸਕੇਅਰ ਆ ਉਹ ਇੱਧਰ ਆ ਕੇ ਸਕੇਅਰ ਰੂਟ ਬਣ ਜਾਏਗਾ, ਤੇ ਆਨਸਰ ਆ ਜਾਏਗਾ ਸਾਡੇ ਕੋਲ 64 ਦਾ रूट 8। तो थर्ड ग्रुप की स्टैंडर्ड डेविएशन जी साढ़े को आ गई 8। इस तरह कोई भी मिसिंग भी हो तो असी कंबाइंड स्टैंडर्ड डेविएशन तो उन्होंने फाइंड कर सकते हैं।